ਇਹ ਟਰਾਲੀਆਂ ਦਾ ਇੱਕ 20 ਤੋਂ 25 ਕਿਲੋਮੀਟਰ ਤੱਕ ਦਾ ਜਿਹੜਾ ਸਟ੍ਰਿਪ ਹੈ, ਲੌਂਗ ਸਟ੍ਰਿਪ, ਇੱਕ ਲੰਮੀ ਪੱਟੀ ਬਣ ਗਈ ਹੈ 20-25 ਕਿਲੋਮੀਟਰ ਦੀ। ਉਹ ਇਸ ਤਰੀਕੇ ਨਾਲ ਲੱਗੀਆਂ ਹੋਈਆਂ ਨੇ। ਵਿੱਚੇ ਕਿਸਾਨਾਂ ਨੇ ਗੱਦੇ ਆਪਣੇ ਉਹਨਾਂ ਦੇ ਸੁੱਟੇ ਹੋਏ ਆ, ਉੱਪਰ ਤਰਪਾਲਾਂ ਜਾਂ ਫਿਰ ਜਿਹੜੀਆਂ ਗੱਟਿਆਂ ਦੇ ਨਾਲ ਪੱਲੀਆਂ ਬਣਦੀਆਂ ਪਿੰਡਾਂ ਦੇ ਵਿੱਚ, ਉਹਨਾਂ ਪੱਲੀਆਂ ਦੇ ਨਾਲ ਇਹਨਾਂ ਟਰਾਲੀਆਂ ਨੂੰ ਢੱਕਿਆ ਗਿਆ ਹੈ ਤਾਂ ਕਿ ਠੰਡ ਤੋਂ ਬਚਾ ਰਹੇ। ਇਸ ਵਕਤ ਤੁਸੀਂ ਦੇਖ ਰਹੇ ਹੋ ਚਾਹ ਦਾ ਤੇ ਪਕੌੜਿਆਂ ਦਾ ਜਾਂ ਬ੍ਰੈਡ ਦਾ ਲੰਗਰ ਇਹਨਾਂ ਦੇ ਵੱਲੋਂ ਸ਼ੁਰੂ ਹੋ ਜਾਂਦਾ ਹੈ ਰਾਤ ਨੂੰ, ਤੇ ਦਿਨੇ ਪੂਰਾ ਦਿਨ ਹੈ ਜੋ ਉਹ ਖੀਰ ਦਾ ਲੰਗਰ ਚੱਲਦਾ ਹੈ। ਇਹ ਜੀ ਮਹਾਰਾਜ ਦੀ ਕਿਰਪਾ ਹੀ ਹੈ, ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਜੀ ਕਿੱਥੋਂ ਆ ਰਿਹਾ। ਹੁਣ ਚੰਡੀਗੜ੍ਹ ਤੋਂ ਦੁੱਧ ਆਇਆ ਜੀ, ਮੋਹਾਲੀ ਤੋਂ ਚੰਡੀਗੜ੍ਹ ਤੋਂ ਦੁੱਧ ਆਇਆ ਹੈ। ਇੱਥੋਂ ਅਸੀਂ ਪਰਸੋਂ ਸਾਡੇ ਕੋਲ ਦਾਖਾ ਦੁੱਖਾ ਨਹੀਂ ਹੁੰਦੀਆਂ ਜੀ, ਚੈਰੀ ਹੁੰਦੀ ਹੈ, ਅਸੀਂ ਤੇ ਦਿੱਲੀ ਗਏ ਹਾਂ, ਟੈਂਪੂ ਨੇ ਲਿਆ ਸਾਡੇ ਕੋਲ 10 ਜਾਣ 10 ਆਉਣ, ਉਹਦਾ 5000 ਰੁਪਏ ਦਾ ਬਿੱਲ ਬਣ ਗਿਆ ਸੀ। ਤੇ ਅਸੀਂ ਮੈਂ ਦੇਣ ਲੱਗਾ, ਕਹਿੰਦਾ ਨਾ ਜੀ ਜੇ ਸਾਡੀ ਜਾਇਦਾਦਾਂ ਹੀ ਖੋਹ ਲੀਆਂ ਤੇ ਕਦ ਨਾਲ ਰੋਟੀ ਖਾਣੀ ਅਸਾਂ। ਹਾਂ, ਤੇ ਅਸੀਂ ਤੇ ਇੱਥੇ ਹੀ ਬਵਾਂਗੇ ਜਿੰਨਾ ਚਿਰ ਮਸਲਾ ਨਹੀਂ ਹੱਲ ਹੁੰਦਾ। ਪੱਕੇ ਰਾਸ਼ਨ ਸਾਡੇ ਕੋਲ ਨਹੀਂ ਮੁੱਕਦਾ, ਸੌਣ ਵਾਸਤੇ ਸਾਡੇ ਆ ਸਮਝੋ ਅਸੀਂ ਟਰਾਲੀਆਂ ਨਹੀਂ ਕਹਿੰਦੇ, ਸਾਡੇ ਕਮਰੇ ਨੇ। ਸੋ ਫੰਡਿੰਗ ਦਾ ਅੱਜ ਇੱਕ ਜਵਾਬ ਤੁਹਾਨੂੰ ਮੈਂ ਇੱਥੇ ਦਿੰਦਾ। ਫੰਡਿੰਗ ਜਿਵੇਂ ਬਾਪੂ ਜੀ ਨੇ ਦੱਸਿਆ ਕਿ ਇੱਕ ਦੁਕਾਨਦਾਰ ਨੇ 5000 ਰੁਪਏ ਦੇ ਡਰਾਈ ਫਰੂਟ ਇਹਨਾਂ ਨੂੰ ਫ੍ਰੀ 'ਚ ਦਿੱਤੇ, ਸਿਰਫ ਇਹ ਅਹਿਸਾਨ ਜਾਣ ਕੇ ਕਿ ਸਾਰੀ ਉਮਰ ਅਸੀਂ ਕਿਸਾਨ ਦਾ ਪੈਦਾ ਕੀਤਾ ਖਾਧਾ ਹੈ। ਦੇਖੋ ਬਾਕੀ ਲੋੜ ਹੁਣ ਸਰਕਾਰ ਦਾ ਹੰਕਾਰ ਬੋਲਦਾ, ਬਾਕੀ ਕਸਰ ਕੋਈ ਨਹੀਂ ਹੈਗੀ। ਉਹਨਾਂ ਦੀ ਵੀ ਆਪਣਾ ਇੱਕ ਈਗੋ ਦਾ ਸਵਾਲ ਹੈ। ਵਾਰੀ-ਵਾਰੀ ਮੀਟਿੰਗਾਂ ਕਰਕੇ ਇਸ ਮਸਲੇ ਨੂੰ ਲਮਕਾਈ ਜਾਣਾ ਉਹਦੇ ਨਾਲ ਕੀ ਹੋਊਗਾ? ਸਰਕਾਰ ਮੈਨੂੰ ਲੱਗਦਾ ਵੀ ਜਿੱਥੋਂ ਤੱਕ ਹੋ ਸਕਦਾ ਇੰਤਹਾ ਦੇਖਣਾ ਚਾਹੁੰਦੀ ਹੈ ਜੇ ਲਾਸਟ ਤੱਕ ਵੀ ਕਿਸੇ ਸਬਰ ਦੇ ਆ। 27 ਤਰੀਕ ਤੋਂ ਲੈ ਕੇ ਅੱਜ ਤੱਕ 11 ਦਿਨ ਹੋ ਗਏ ਕਿਸਾਨਾਂ ਨੂੰ ਇੱਥੇ ਬੈਠੇ ਹੋਏ, ਇੱਥੇ ਡਟੇ ਹੋਏ ਸਿੰਘੂ ਬਾਰਡਰ ਦਿੱਲੀ ਤੇ। ਮੰਗ ਉਹੀ ਹੈ ਸਰਕਾਰ ਦੇ ਅੱਗੇ ਕਿ ਤਿੰਨੇ ਜਿਹੜੇ ਬਿੱਲ ਨੇ ਜਿਨ੍ਹਾਂ ਨੂੰ ਕਿਸਾਨਾਂ ਦੀ ਭਾਸ਼ਾ 'ਚ ਕਿਸਾਨਾਂ ਦੇ ਡੈਥ ਵਾਰੰਟ ਜਾਂ ਬਲੈਕ ਲਾਜ਼ ਜਾਂ ਕਾਲੇ ਕਾਨੂੰਨ ਕਿਹਾ ਜਾ ਰਿਹਾ ਹੈ, ਉਹ ਵਾਪਸ ਕਰਵਾਏ ਜਾਣ, ਵਾਪਸ ਕੀਤੇ ਜਾਣ। ਸਰਕਾਰ ਉਹਨਾਂ ਨੂੰ ਵਾਪਸ ਲੈ ਲੇ। ਸਰਕਾਰ ਹਾਲੇ ਟਾਲ ਮਟੋਲੇ ਕਰ ਰਹੀ ਹੈ। ਸਰਕਾਰ ਉਹੀ ਜਿਹੜਾ ਤਰੀਕਾ ਹੁੰਦਾ ਹੈ ਕਿ ਅੰਨਦਾਤਾ ਤੇ ਧਨਦਾਤਾ, ਉਹ ਦੋਵੇਂ ਪਾਸੇ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਵੀ ਕਿਸਾਨ ਵੀ ਨਾਰਾਜ਼ ਨਾ ਹੋਵੇ ਤੇ ਜਿਹੜਾ ਕਾਰਪੋਰੇਟ ਆ ਉਹ ਵੀ ਨਾਰਾਜ਼ ਨਾ ਹੋਵੇ। ਪਰ ਇਸੇ ਵਿਚਕਾਰ ਅਸੀਂ ਤੁਹਾਨੂੰ ਤਸਵੀਰਾਂ ਕੁਝ ਵਿਖਾਉਣੀਆਂ ਚਾਹੁੰਦੇ ਹਾਂ ਜਿਹੜੀਆਂ ਇਸ ਵਕਤ ਰਾਤ ਦੇ 12 ਵੱਜ ਚੁੱਕੇ ਨੇ, 12 ਤੋਂ ਵੀ ਜ਼ਿਆਦਾ ਟਾਈਮ ਹੋ ਗਿਆ। ਅੱਧੀ ਰਾਤ ਨੂੰ ਸਿੰਘੂ ਬਾਰਡਰ ਤੇ ਕੀ ਮਾਹੌਲ ਹੁੰਦਾ ਹੈ, ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਕਿਸਾਨ ਨੇ ਜਿਹੜੇ ਪੰਜਾਬ ਤੋਂ ਆਏ, ਹਰਿਆਣਾ ਤੋਂ ਆਏ, ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਇੱਥੇ ਰਹਿ ਰਹੇ ਨੇ। ਆਰਜ਼ੀ ਜਿਹੜੇ ਉਹਨਾਂ ਨੇ ਆਪਣੇ ਰਹਿਣ ਬਸੇਰੇ ਬਣਾਏ ਹੈ ਜਾਂ ਟਰਾਲੀਆਂ ਜਿਸ ਤਰੀਕੇ ਦੇ ਨਾਲ ਤਰਪਾਲਾਂ ਨਾਲ ਛੱਤ ਕੇ ਲਿਆਏ ਹੈ, ਉਹਨਾਂ ਦੇ ਵਿੱਚ ਕਿਵੇਂ ਉਹ ਆਪਣੀ ਰਾਤ ਗੁਜ਼ਾਰਦੇ ਹੈ, ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ। ਇਹ ਟਰਾਲੀਆਂ ਦਾ ਇੱਕ 20 ਤੋਂ 25 ਕਿਲੋਮੀਟਰ ਤੱਕ ਦਾ ਜਿਹੜਾ ਸਟ੍ਰਿਪ ਹੈ, ਲੌਂਗ ਸਟ੍ਰਿਪ, ਇੱਕ ਲੰਮੀ ਪੱਟੀ ਬਣ ਗਈ ਹੈ 20-25 ਕਿਲੋਮੀਟਰ ਦੀ, ਉਹ ਇਸ ਤਰੀਕੇ ਨਾਲ ਲੱਗੀਆਂ ਹੋਈਆਂ ਨੇ। ਵਿੱਚੇ ਕਿਸਾਨਾਂ ਨੇ ਗੱਦੇ ਆਪਣੇ ਉਹਨਾਂ ਦੇ ਸੁੱਟੇ ਹੋਏ ਆ, ਉੱਪਰ ਤਰਪਾਲਾਂ ਜਾਂ ਫਿਰ ਜਿਹੜੀਆਂ ਗੱਟਿਆਂ ਦੇ ਨਾਲ ਪੱਲੀਆਂ ਬਣਦੀਆਂ ਪਿੰਡਾਂ ਦੇ ਵਿੱਚ, ਉਹਨਾਂ ਪੱਲੀਆਂ ਦੇ ਨਾਲ ਇਹਨਾਂ ਟਰਾਲੀਆਂ ਨੂੰ ਢੱਕਿਆ ਗਿਆ ਹੈ ਤਾਂ ਕਿ ਠੰਡ ਤੋਂ ਬਚਾ ਰਹੇ। ਵੱਖ-ਵੱਖ ਥਾਵਾਂ ਤੋਂ ਲੋਕ ਆਏ ਹੈ, ਇੱਥੇ ਸੇਵਾ ਦੇ ਲਈ ਆਏ ਹੈ। ਕੁਝ ਲੋਕਾਂ ਨੇ ਲੰਗਰ ਲਾਇਆ ਹੈ, ਕੁਝ ਲੋਕੀ ਆਪਣੀਆਂ ਮੰਗਾਂ ਨੂੰ ਲੈ ਕੇ ਆਏ ਹੈ। ਅਲੱਗ-ਅਲੱਗ ਤਰ੍ਹਾਂ, ਅਲੱਗ-ਅਲੱਗ ਵਿਚਾਰਧਾਰਾ ਦੇ ਲੋਕ ਨੇ, ਅਲੱਗ-ਅਲੱਗ ਤਰ੍ਹਾਂ ਦੇ ਪੰਜਾਬ ਤੋਂ, ਹਰਿਆਣੇ ਤੋਂ, ਵੈਸਟਰਨ ਯੂਪੀ ਤੋਂ ਵੀ ਲੋਕ ਪਹੁੰਚੇ ਹੋਏ ਆ। ਆਹ ਤਸਵੀਰਾਂ ਨੇ ਕੁਛ ਇਹ ਵੀਰ ਨੇ ਜਿਹੜੇ ਇਹ ਇੱਥੇ ਲੰਗਰ ਦਾ ਪ੍ਰਬੰਧ ਕਰ ਰਹੇ ਹੈਗੇ। ਇਸ ਵਕਤ ਤੁਸੀਂ ਦੇਖ ਰਹੇ ਹੋ ਚਾਹ ਦਾ ਤੇ ਪਕੌੜਿਆਂ ਦਾ ਜਾਂ ਬ੍ਰੈਡ ਦਾ ਲੰਗਰ ਇਹਨਾਂ ਦੇ ਵੱਲੋਂ ਸ਼ੁਰੂ ਹੋ ਜਾਂਦਾ ਹੈ ਰਾਤ ਨੂੰ, ਤੇ ਦਿਨੇ ਪੂਰਾ ਦਿਨ ਹੈ ਜੋ ਉਹ ਖੀਰ ਦਾ ਲੰਗਰ ਚੱਲਦਾ ਹੈ। ਇਹ ਕੀ ਤਿਆਰ ਹੋ ਰਿਹਾ ਜੀ ਹੁਣ? ਇਹ ਹੁਣ ਦੁੱਧ ਸਵੇਰ ਦਾ ਆਇਆ ਨਾ, ਉਬਾਲੀ ਵੀ ਦੁੱਧ ਖਰਾਬ ਨਾ ਹੋ ਜਾਏ। ਅੱਛਾ, ਇਹਨੂੰ ਉਬਾਲੀ ਦੇ ਕੇ ਹੁਣ ਢੱਕ ਕੇ ਰੱਖ ਦਿਆਂਗੇ ਤੇ ਸਵੇਰੇ ਇਹਦੀ ਖੀਰ ਬਣਾਵਾਂਗੇ। ਅੱਛਾ, ਫਿਰ ਇਹ ਪੂਰਾ ਦਿਨ ਚੱਲਦਾ ਹੈ ਜੀ ਖੀਰ ਦਾ ਲੰਗਰ? ਪੂਰਾ ਦਿਨ ਜੀ, ਹਾਂ। ਸਵੇਰੇ ਅਸੀਂ 8 ਵਜੇ ਖੀਰ ਤਿਆਰ ਹੈ। ਅੱਛਾ, ਤੇ 8 ਤੋਂ ਹੁਣ 12 ਵੱਜ ਗਏ ਨੇ। ਅੱਛਾ, ਹੁਣੇ ਹੀ ਬੰਦ ਹੋਈ ਤੋਂ। ਤੁਸੀਂ ਆਏ ਕਿੱਥੋਂ? ਇਹ ਸਾਡਾ ਪਟਿਆਲਾ ਜ਼ਿਲ੍ਹਾ ਹੈ ਜੀ।
ਪਟਿਆਲਾ ਪਟਿਆਲਾ। ਸਾਰੇ ਹੀ ਪਟਿਆਲੇ ਦੇ ਲੋਕ? ਨਹੀਂ ਜੀ, ਉਹ ਆਪਣੇ ਹੈਗੇ ਨੇ ਮਾਨਸਾ ਤੋਂ ਨੇ। ਅੱਛਾ, ਹਾਂ, ਰਲ ਮਿਲ ਕੇ ਬਸ ਇੱਥੇ ਹੀ ਆ ਕੇ ਇਕੱਠੇ ਹੋਏ ਆ। ਇੱਥੇ ਹੀ ਇਕੱਠੇ ਹੋਏ ਹੋ? ਇੱਥੇ ਹੋਏ ਆ ਜੀ। ਅੱਛਾ, ਹਾਂ, ਇੱਕ ਦੂਈ ਆਪਣਾ ਜਿਵੇਂ ਆਪਾਂ ਹੁੰਦੇ ਨੇ ਵੀ ਤੂੰ ਅੱਗ ਲੈ ਆ, ਦੂਜਾ ਬਾਲਣ ਲੈ ਆ, ਹਾਂ ਹਾਂ ਆਪਾਂ ਰਲ ਕੇ ਰੋਟੀ ਖਾ ਲਈਏ, ਇਸ ਤਰ੍ਹਾਂ ਇਕੱਠੇ ਹੋਏ ਆ ਜੀ। ਅੱਛਾ, ਤੇ ਇਹ ਫਿਰ ਸਾਰਾ ਜਿਹੜਾ ਰਾਸ਼ਨ ਹੈ ਇਹਦਾ ਪ੍ਰਬੰਧ ਕਿਵੇਂ ਹੋਇਆ? ਇਹ ਜੀ ਮਹਾਰਾਜ ਦੀ ਕਿਰਪਾ ਹੀ ਹੈ, ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਜੀ ਕਿੱਥੋਂ ਆ ਰਿਹਾ ਨਾ। ਆ ਹੁਣ ਚੰਡੀਗੜ੍ਹ ਤੋਂ ਦੁੱਧ ਆਇਆ ਜੀ, ਮੋਹਾਲੀ ਤੋਂ? ਮੋਹਾਲੀ ਤੋਂ ਚੰਡੀਗੜ੍ਹ ਤੋਂ ਦੁੱਧ ਆਇਆ ਹੈ। ਅੱਛਾ, ਹਾਂ ਜੀ। ਕਿੰਨਾ ਕੁ ਦੁੱਧ ਆਇਆ ਹੁਣ? ਉਹ ਸਾਨੂੰ 1.5 ਕੁਇੰਟਲ ਦੇ ਗਏ ਨੇ, ਪਰ ਦੁੱਧ ਦੇ ਜ਼ਿਆਦਾ ਸੀ ਉਹਨਾਂ ਕੋਲ, ਅੱਗੇ ਵੀ ਦੇ ਕੇ ਗਏ ਹੋਣਗੇ। ਅੱਛਾ, ਹਾਂ ਕੁਆਂਟਲ ਦੁੱਧ ਲੈ ਕੇ ਆਈ ਜੀ। ਅੱਛਾ, ਹਾਂ ਜੀ, ਹਾਂ ਚੰਡੀਗੜ੍ਹ ਤੋਂ ਨਾ ਉਹਨੇ ਕੋਈ ਆਪਣਾ ਦੋਧੀਆਂ ਨੇ ਕੋਈ ਆਪ ਚ ਮੀਟਿੰਗ ਕਰਕੇ ਤੇ ਉਹਨਾਂ ਨੇ ਭੇਜਿਆ ਗੱਡੀ ਭਰ ਕੇ, ਗੱਡੀ ਪੂਰੀ ਭੇਜੀ? ਪੂਰੀ ਫੁੱਲ ਗੱਡੀ ਭੇਜੀ ਹੈ ਜੀ। ਅੱਛਾ, ਹਾਂ ਜੀ, ਤੇ ਕੋਈ ਚੌਲ ਦੇ ਜਾਂਦਾ ਜੀ, ਕੋਈ ਪਤਾ ਹੀ ਨਹੀਂ ਲੱਗਦਾ ਜੀ ਉਰੇ ਕੋਈ। ਮਤਲਬ ਤੁਸੀਂ ਫਿਰ ਇੱਥੇ ਤਿਆਰ ਕਰਨ ਤੇ ਬੈਠੇ ਹੋ? ਭਾਈ ਤੇ ਤਿਆਰ ਵਾਲੇ ਹੀ ਆ ਜੀ, ਬਸ ਜੋ ਆਇਆ ਤਿਆਰ ਕਰਕੇ ਵੱਢ ਦਈਦਾ। ਬਿਸਕੁਟਾਂ ਦਾ ਨਹੀਂ ਪਤਾ ਲੱਗਦਾ, ਰਸ ਪਏ ਨੇ ਜੇ, ਕਿੰਨਾ ਕੁ ਸਮਾਨ ਪਿਆ ਜੀ, ਦੱਸ ਹੀ ਨਹੀਂ ਸਕਦੇ ਜੀ। ਅੱਛਾ, ਕੋਈ ਇਹ ਵੀ ਨਹੀਂ ਪਤਾ ਵੀ ਕੌਣ ਦੇ ਕੇ ਜਾ ਰਿਹਾ, ਕਿੱਥੋਂ ਆ ਨਹੀਂ ਰਹੇ? ਜੀ, ਸਾਨੂੰ ਨਹੀਂ ਪਤਾ। ਇੱਥੇ ਹੁਣ 2 ਵਜੇ ਅਸੀਂ ਸੌਂ ਜਾਣਾ ਹੈ ਤੇ ਦੂਜਿਆਂ ਨੂੰ ਠਾਲਣਾ ਫਿਰ ਅਸੀਂ, ਤੇ ਉਦੋਂ ਨੂੰ ਇੱਥੇ ਹੀ ਕਾਲਾ ਮਾਲਾ ਜਾ ਹੋ ਜਾਂਦਾ ਜੀ, ਪਤਾ ਨਹੀਂ ਕਿੱਥੋਂ ਟਰੱਕ ਭਰ ਕੇ ਆ ਜਾਂਦੇ ਨੇ ਜੀ। ਹਾਂ ਜੀ, ਵੇਖੋ ਜੀ, ਸਾਡਾ ਸਮਾਨ ਜਿਹੜਾ ਉਸਰੇ ਪਿਆ, ਜਿਹੜਾ ਅਸੀਂ ਲੈ ਕੇ ਆਏ ਸਾਂ। ਅੱਛਾ, ਤੁਸੀਂ ਕੀ ਕੀ ਲੈ ਕੇ ਆਏ? ਅਸੀਂ ਆਟਾ, ਦਾਲ। ਉਧਰ ਥੋੜਾ ਜਿਹਾ ਜੇ ਦਿਖਾਓ। ਹਾਂ, ਉਹ ਕੀ ਵੇਖੋ ਕੀ ਲੈ ਕੇ ਆਏ ਸਾਡਾ, ਹੋ ਉਹ ਵੇਖੋ ਸਾਡਾ ਸਮਾਨ, ਆਟਾ, ਦਾਲ ਅੱਛਾ, ਤੇ ਸੌਣ ਦਾ ਸਮਾਨ, ਰਜਾਈਆਂ ਰਜੂਈਆਂ, ਸਾਰਾ ਕੁਝ ਸਾਡਾ ਇਹਦੇ ਵਿੱਚ ਹੈ। ਅੱਛਾ। ਸੋ ਇਹ ਇੱਥੇ ਥੋੜਾ ਜਿਹਾ ਇਹਨਾਂ ਨੇ ਬਣਾਇਆ ਹੋਇਆ ਆਪਦਾ ਆਰਜ਼ੀ ਰਹਿਣ ਦੀ ਜਿਹੜੀ ਜਗ੍ਹਾ ਹੈ ਜਾਂ ਸੌਣ ਦਾ ਜਿਹੜਾ ਸਿਸਟਮ ਬਣਾਇਆ ਹੋਇਆ ਹੈ। ਇੱਥੇ ਵੀ ਰਾਸ਼ਨ ਤੁਸੀਂ ਦੇਖ ਸਕਦੇ ਹੋ ਪਿਆ, ਸਿਲੰਡਰ ਪਏ। ਇਹ ਸਿਲੰਡਰ ਵੀ ਫਿਰ ਬਾਹਰੋਂ ਹੀ ਆਏ ਆ ਜੀ? ਕੁਝ ਲਿਆਏ ਆ, ਕੁਝ ਇੱਥੇ ਵੀ ਦੇ ਗਏ ਨੇ ਜੀ। ਅੱਛਾ, ਹਾਂ, ਇੱਥੇ ਇੰਡੀਅਨ ਨਾਲ ਆਏ ਸਨ ਸਵੇਰੇ, ਹਾਂ, ਉਹ ਆਂਦੇ ਵੀ ਸਾਡੇ ਤੋਂ ਜਿੰਨੇ ਮਰਜ਼ੀ ਲੈ ਜਾਓ। ਅੱਛਾ, ਉਹ ਵੀ ਸੇਵਾ ਹੀ ਕਰ ਰਹੇ ਆ? ਸੇਵਾ ਹੀ ਕਰਦੇ ਨੇ। ਅੱਛਾ, ਹਾਂ, ਉਹ ਇਹ ਵੱਡੀ ਗੱਲ ਹੈ ਵੀ ਮਤਲਬ ਕੰਪਨੀਆਂ ਵੀ ਸੇਵਾ ਕਰ ਰਹੀਆਂ ਫਿਰ ਇੰਡੀਅਨ ਆਇਲ? ਸਵੇਰੇ ਇੱਥੇ ਆਇਆ ਸੀ, ਸਰਦਾਰ ਸੀ, ਹਾਂ, ਕਹਿੰਦਾ ਵੀ ਜਿੰਨੇ ਮਰਜ਼ੀ ਇੰਡੀਅਨ ਦੇ ਲਈ ਜਾਓ ਹਾਂ, ਤੇ ਉੱਥੋਂ ਲਈ ਜਾਓ ਭਰ ਕੇ। ਅੱਛਾ, ਹਾਂ, ਉਹ ਪੈਸੇ ਨਹੀਂ ਲੈ ਰਹੇ? ਕੋਈ ਸਾਡੇ ਕੋਲ ਪੈਸੇ ਨਹੀਂ ਲਿਆ। ਫ੍ਰੀ ਚ ਰੀਫਿਲ ਕਰ ਹਾਂ, ਰਹੇ? ਸਾਡੇ ਕੋਲ ਕੋਈ ਪੈਸਾ ਨਹੀਂ ਲਿਆ। ਸਾਡੀ ਇੱਥੇ ਫ੍ਰੀ ਹੈ ਜੀ। ਇੱਥੋਂ ਅਸੀਂ ਪਰਸੋਂ ਸਾਡੇ ਕੋਲ ਦਾਖਾਂ ਦੁੱਖਾਂ ਨਹੀਂ ਹੁੰਦੀਆਂ ਜੀ, ਹਾਂਜੀ, ਹਾਂ। ਚੈਰੀ ਹੁੰਦੀ ਹੈ। ਹਾਂ। ਅਸੀਂ ਤੇ ਦਿੱਲੀ ਗਏ ਹਾਂ, ਟੈਂਪੂ ਨੇ ਲਿਆ ਸਾਡੇ ਕੋਲ 10 ਜਾਣ 10 ਆਉਣ, ਉਹਦਾ 5000 ਰੁਪਏ ਦਾ ਬਿੱਲ ਬਣ ਗਿਆ ਸੀ। ਤੇ ਅਸੀਂ ਮੈਂ ਦੇਣ ਲੱਗਾ, ਕਹਿੰਦਾ ਨਾ ਜੀ, ਅੱਛਾ, ਨਾ ਕੋਈ ਪੈਸਾ ਨਹੀਂ ਲਿਆ ਸਾਡਾ। ਟੈਂਪੂ ਵਾਲਾ ਵੀ? ਨਾ, ਟੈਂਪੂ ਵਾਲੇ ਨੂੰ ਤਾਂ ਲੈ ਵਿਚਾਰਾ ਗਰੀਬ ਬੰਦਾ ਹੋਣਾ, ਅੱਛਾ। ਜਿਹੜਾ ਦੁਕਾਨ ਵਾਲਾ ਸੀ, ਜਿਹੜੇ ਦੁਕਾਨ ਵਾਲੇ ਜਿਹਨੇ ਦੁਕਾਨ ਵਾਲੇ ਨਾ, ਹਾਂ, ਉਹਨੇ ਨਹੀਂ ਲਿਆ? ਸਾਡੇ ਕੋਲ ਕੋਈ ਪੈਸਾ ਨਹੀਂ ਲਿਆ। ਅੱਛਾ, ਨਾ, ਉਹ ਕਿੱਥੋਂ ਲੈ ਕੇ ਆਏ ਤੁਸੀਂ? ਉਹ ਇੱਥੇ ਅੱਗਲੇ ਬੰਨੇ ਬਾਜ਼ਾਰ, ਜਿੱਥੇ ਸਬਜ਼ੀ ਮੰਡੀ ਨਹੀਂ, ਅੱਛਾ ਜੀ, ਸਬਜ਼ੀ ਮੰਡੀ ਕੋ ਚੌਂਕ ਪੈਂਦਾ, ਬੱਸ ਸਟੈਂਡ ਕੋਈ ਪਏ। ਅਸੀਂ ਤਾਂ ਦਿੱਲੀ 'ਚ ਪਹਿਲੀ ਵਾਰੀ ਆਏ ਆ ਜੀ, ਹਾਂ ਹਾਂ ਹਾਂ, ਤੇ ਉਹ ਕਹਿੰਦੇ ਵੀ ਆ ਇੱਥੇ ਇੱਧਰ ਨੂੰ ਮੁੜ ਜਾਓ ਤੁਸੀਂ, ਪੁੱਛ ਕੇ ਗਏ ਸੀ। ਅੱਛਾ ਜੀ, ਹਾਂ, ਤੇ ਉੱਥੇ ਫਿਰ ਚੌਂਕ ਪੈਂਦਾ ਤੇ ਬੱਸ ਸਟੈਂਡ ਕਹਿੰਦੇ ਹਨ, ਤੇ ਸਬਜ਼ੀ ਮੰਡੀ ਵੀ ਹੈ, ਹਾਂ। ਤੇ ਉੱਥੋਂ ਅਸੀਂ ਬੜਾ ਕੁਝ ਲਿਆਉਂਦੇ ਆ, ਸਾਡੇ ਕੋਲ ਕੋਈ ਪੈਸੇ ਨਹੀਂ ਲੈਂਦੇ। ਮਤਲਬ ਸਮਾਜ ਦੀ ਤੁਸੀਂ ਇਹ ਇੱਕ ਖੂਬਸੂਰਤੀ ਹੈ ਸਮਾਜ ਦੀ ਕਿ ਸਰਕਾਰ ਦੇ ਹੁਣ ਪਤਾ ਨਹੀਂ ਕਿਉਂ ਨਹੀਂ ਸਮਝ ਆ ਰਹੀ ਗੱਲ। ਸਮਾਜ ਇਸ ਕਦਰ ਨਾਲ ਅਹਿਸਾਨਮੰਦ ਹੈ ਨਾ ਕਿਸਾਨਾਂ ਦਾ ਜਾਂ ਅੰਨਦਾਤਾ ਦਾ ਜਾਂ ਅੰਨ ਉਗਾਉਣ ਵਾਲੇ ਦਾ, ਜਿਹੜਾ ਜਿਹਨੇ ਹੁਣ ਤੱਕ ਢਿੱਡ ਭਰਿਆ ਇਸ ਪੂਰੇ ਮੁਲਕ ਦਾ। 150 ਕਰੋੜ ਦੀ ਆਬਾਦੀ ਹੋਣ ਜਾ ਰਹੀ ਹੈ। ਇਸ 150 ਕਰੋੜ ਦੀ ਆਬਾਦੀ ਨੂੰ ਹੁਣ ਤੱਕ ਇੱਕ ਬੁਰਕੀ ਹੈ ਜਿਹੜੀ ਉਹ ਕਿਸਾਨ ਦੇ ਹੱਥ ਦੇ ਪੈਦਾ ਕੀਤੇ ਹੋਏ ਅਨਾਜ ਦੀ ਉਹਨੇ ਖਾਧੀ ਹੈ। ਔਰ ਇਹ ਅਹਿਸਾਨ ਮੰਨਦਾ ਹੈ, ਸਮਾਜ ਮੰਨਦਾ ਹੈ, ਸੁਸਾਇਟੀ ਇਹ ਅਹਿਸਾਨ ਮੰਨਦੀ ਹੈ। ਤਾਈਓ ਤੁਸੀਂ ਦੇਖ ਰਹੇ ਹੋ ਵੀ ਇਹ ਪ੍ਰਬੰਧ ਆਪ ਮੁਹਾਰੇ ਹੋ ਰਹੇ ਹੈ, ਪਰ ਸਰਕਾਰ ਨਹੀਂ ਹਜੇ ਅਹਿਸਾਨ ਮੰਨ ਰਹੀ। ਸਰਕਾਰ ਅਹਿਸਾਨ ਤਾਂ ਕੀ, ਸਰਕਾਰ ਤਾਂ ਮੰਗ ਹੀ ਨਹੀਂ ਮੰਨ ਰਹੀ। ਤੁਹਾਨੂੰ ਕੀ ਲੱਗਦਾ ਬਾਪੂ ਜੀ, ਮੰਨੂਗੀ ਸਰਕਾਰ? ਵੇਖੋ ਜੀ, ਅੱਜ ਵੀ ਕਹਿੰਦੇ ਨੇ, ਅੱਜ ਨਹੀਂ ਮੰਨਿਆ, ਉਹ ਗੱਲ ਨਹੀਂ ਬਣੀ ਨਾ ਕੋਈ ਗੱਲ ਨਹੀਂ ਬਣੀ ਨਾ, ਮੁਸ਼ਕਲ ਹੈ ਜੀ। ਮੋਦੀ ਕਹਿੰਦਾ ਜੀ ਮੈਂ ਜੋ ਆਪਣੇ ਮੂੰਹ, ਜਦੋਂ ਮੈਂ MLA ਬਣਿਆ ਹਾਂ ਮੈਂ ਉਦੋਂ ਨਹੀਂ ਵਾਪਸ ਲਈਆਂ, ਹੁਣ ਤਾਂ ਮੈਂ ਪ੍ਰਧਾਨ ਮੰਤਰੀ ਹਾਂ। ਹਾਂ, ਤਾਂ ਕਿੱਥੋਂ ਬਣਨ ਲੱਗਾ? ਹਾਂ, ਚਲੋ, ਜੇ ਨਹੀਂ ਮੰਨੂਗਾ ਤਾਂ ਫਿਰ ਇੱਥੇ ਬੈਠੇ ਰਹਿ? ਇੱਥੇ ਬੈਠੇ ਆ, ਨਹੀਂ ਜਾਵਾਂਗੇ, ਇੱਥੇ ਬੈਠੇ ਆ। ਅਸੀਂ ਕੀ ਕਰਨਾ? ਅੱਜ ਵੀ ਮਰੇ ਅਸੀਂ, ਕੱਲ ਵੀ ਮਰੇ। ਜੇ ਸਾਡੀ ਜਾਇਦਾਦਾਂ ਹੀ ਖੋਹ ਲੀਆਂ ਤੇ ਕਦ ਨਾਲ ਰੋਟੀ ਖਾਣੀ ਅਸਾਂ? ਹਾਂ, ਤੇ ਅਸੀਂ ਤੇ ਇੱਥੇ ਹੀ ਬਵਾਂਗੇ ਜਿੰਨਾ ਚਿਰ ਮਸਲਾ ਨਹੀਂ ਹੱਲ ਹੁੰਦਾ, ਪੱਕੇ ਆ। ਹਾਂ, ਰਾਸ਼ਨ ਸਾਡੇ ਕੋਲ ਨਹੀਂ ਮੁੱਕਦਾ, ਸੌਣ ਵਾਸਤੇ ਸਾਡੇ ਆ ਸਮਝੋ ਅਸੀਂ ਟਰਾਲੀਆਂ ਨਹੀਂ ਕਹਿੰਦੇ, ਸਾਡੇ ਕਮਰੇ ਨੇ। ਹਾਂ, ਸੋ ਜੇ ਸਮਾਜ ਜਾਂ ਸੁਸਾਇਟੀ ਹੈ ਜਿਹੜੀ ਉਹ ਕਿਸਾਨਾਂ ਤੇ ਇਸ ਕਦਰ ਅਹਿਸਾਨਮੰਦ ਹੈ, ਇੱਕ ਇਨਸਾਨ ਅਹਿਸਾਨਮੰਦ ਹੁੰਦਾ ਹੈ ਕਿਸਾਨ ਦਾ ਕਿਸੇ ਨਾ ਕਿਸੇ ਰੂਪ 'ਚ। ਜਿਹੜਾ ਵੀ ਅਸੀਂ ਇੱਕ ਦਾਣਾ ਵੀ ਮੂੰਹ ਦੇ ਵਿੱਚ ਸਵੇਰੇ ਉੱਠ ਕੇ ਜਾਂ ਸ਼ਾਮ ਨੂੰ ਸੌਣ ਤੋਂ ਪਹਿਲਾਂ, ਟਿੱਕੀ ਛਿਪਣ ਤੋਂ ਬਾਅਦ ਜੋ ਖਾਂਦੇ ਆ,
ਉਹ ਦਾਣਾ ਵੀ ਪਤਾ ਨਹੀਂ ਕਿਸ ਕਿਸਾਨ ਨੇ, ਕਿਸ ਦਾਤੇ ਨੇ ਪੈਦਾ ਕੀਤਾ ਹੈ, ਕਿਸ ਦਾਤੇ ਦੇ ਰਾਹੀਂ ਕਿਹਦੇ ਤੋਂ ਪੈਦਾ ਕਰਵਾਇਆ ਗਿਆ। ਸਮਾਜ ਤਾਂ ਇਹ ਅਹਿਸਾਨ ਮੰਨਦਾ ਹੈ। ਹੁਣ ਉਹ ਜਿਹੜੀ ਸਿਆਸਤ ਹੈ ਉਹਦੇ ਵਿੱਚ ਵੀ ਉਹੀ ਸਮਾਜਿਕ ਲੋਕ ਹੀ ਬੈਠੇ ਨੇ, ਉਹੀ ਇਨਸਾਨ ਬੈਠੇ ਨੇ ਜਿਹੜੇ ਇਸੇ ਸਮਾਜ ਦੇ ਵਿੱਚੋਂ ਨਿਕਲ ਕੇ ਗਏ। ਉਹਨਾਂ ਦੇ ਪਤਾ ਨਹੀਂ ਸਮਝ ਕਿਉਂ ਨਹੀਂ ਆ ਰਹੀ, ਜਾਂ ਕੀ ਇਹੋ ਜਿਹਾ ਬਾਪੂ ਜੀ, ਇਹੋ ਜਿਹਾ ਕੀ ਲੱਗਦਾ ਤੁਹਾਨੂੰ ਫਿਰ ਵੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇੱਕ ਦੁਕਾਨਦਾਰ ਤੁਹਾਨੂੰ 5000 ਰੁਪਏ ਦੇ ਡਰਾਈ ਫਰੂਟਸ ਦੇ ਦਿੰਦਾ ਹੈ ਕਿ ਤੁਸੀਂ ਲੰਗਰ ਲਾਉਣਾ ਹੈ, ਲੈ ਜਾਓ ਫ੍ਰੀ 'ਚ, ਤੇ ਸਰਕਾਰ 'ਚ ਵੀ ਤਾਂ ਉਸੇ ਸਮਾਜ 'ਚੋਂ ਨਿਕਲ ਕੇ ਹੀ ਲੋਕ ਬੈਠੇ ਆ, ਉਹ ਕਿਉਂ ਨਹੀਂ ਸੁਣਦੇ? ਵੇਖੋ ਜੀ, ਇਹ ਜ਼ੁਲਮ ਸਿੱਖ ਸਰ ਨਾਲ ਸ਼ੁਰੂ ਤੋਂ ਜ਼ੁਲਮ ਹੁੰਦਾ ਆ। ਨਹੀਂ, ਇਹ ਤਾਂ ਮਸਲਾ ਹੁਣ ਜਿਵੇਂ ਹਰਿਆਣੇ ਦਾ ਵੀ, ਯੂਪੀ ਦਾ ਵੀ। ਹਾਂ ਤੇ ਇਹ ਹੁਣ ਮਸਲਾ ਆ ਗਿਆ ਗਰੀਬੀ ਦਾ, ਜ਼ਿਮੀਂਦਾਰ, ਤੇ ਇਹ ਸਾਡਾ ਮਸਲਾ ਜਿਹੜਾ ਹੈ ਅਸੀਂ ਇਹਦਾ ਹੱਲ ਕਰਾਂਗੇ ਇਹਨਾਂ ਕੋਲ। ਇਹ ਆਂਦੇ ਨੇ ਅਡਵਾਨੀ ਬਣਾਨੀ, ਅਸੀਂ ਤੇ ਜਾਣਦੇ ਵੀ ਨਹੀਂ ਉਹਨਾਂ ਨੂੰ, ਹੁਣੀ ਨਾ ਸੁਣੇ, ਕਹਿੰਦੇ ਸਭ ਕੁਝ ਉਹਨਾਂ ਨੂੰ ਦੇਣਾ। ਹਾਂ, ਸਭ ਕੁਝ ਕਹਿੰਦੇ ਉਹਨਾਂ ਨੂੰ ਦੇਣਾ। ਹਾਂ, ਪਰ ਇਸ ਤਰੀਕੇ ਨਾਲ ਦਿੱਤਾ ਜਾਊਗਾ, ਐ ਮੰਨ ਜੂ ਕਿਸਾਨ? ਵੇਖੋ ਜੀ, ਉਹ ਜਿਵੇਂ ਕਹਿੰਦੇ ਨੇ ਨਾ, ਪੁਰਜਾ ਕੱਟ ਜਾਏਂਗੇ, ਕभी नहीं छोड़ेंगे खेत। हाँ, ਸੋ ਇਹ ਇਸ ਵਕਤ ਦੀਆਂ ਇਹ ਰਾਤ ਨੂੰ ਬਾਪੂ ਜੀ ਦੀ ਵੱਡੀ ਗੱਲ ਹੈ ਕਿ ਪੁਰਜਾ ਕੱਟ ਮਾਰੇ, ਕਬੂ ਨਾ ਛੱਡੇ ਖੇਤ ਨਹੀਂ ਛੱਡਣਾ, ਮਤਲਬ ਆਪਣੀ ਜ਼ਮੀਨ ਨਹੀਂ ਛੱਡਣੀ, ਆਪਣਾ ਹੱਕ, ਆਪਣਾ ਅਧਿਕਾਰ ਨਹੀਂ ਛੱਡਣਾ, ਆਪਣਾ ਇਖਲਾਕ ਨਹੀਂ ਛੱਡਣਾ, ਚਾਹੇ ਉਹਦੇ ਲਈ ਫਿਰ ਸਾਨੂੰ ਕਿੰਨੀ ਵੀ ਕੁਰਬਾਨੀ ਕਰਨੀ ਪਵੇ। ਸੋ ਇਹ ਇਸ ਵਕਤ ਦੀਆਂ ਤਸਵੀਰਾਂ ਤੁਹਾਨੂੰ ਕੁੰਡਲੀ ਜਿਹੜਾ ਸਿੰਘੂ ਬਾਰਡਰ ਜਿਹਨੂੰ ਕਿਹਾ ਜਾਂਦਾ ਹੈ, ਇਹ ਦੁੱਧ ਤਿਆਰ ਹੋ ਰਿਹਾ, ਇਹਦੇ ਨਾਲ ਸਵੇਰੇ ਖੀਰ ਬਣਾਈ ਜਾਣੀ ਹੈ ਔਰ ਸਾਰਾ ਦਿਨ ਫਿਰ ਇਹ ਖੀਰ ਦਾ ਲੰਗਰ ਬਾਪੂ ਜੀ ਚਲਾਉਂਦੇ ਆ। ਔਰ ਵੱਡੀ ਗੱਲ ਇਹ ਹੈ ਕਿ ਇਹਨਾਂ ਨੂੰ ਨਹੀਂ ਪਤਾ ਦੁੱਧ ਕਿੱਥੋਂ ਆ ਰਿਹਾ, ਕੌਣ ਦੇ ਕੇ ਜਾ ਰਿਹਾ, ਔਰ ਚੌਲ ਵੀ ਨਹੀਂ ਪਤਾ ਕੌਣ ਦੇ ਕੇ ਜਾ ਰਿਹਾ। ਆਪ ਮਹਾਰੇ ਸਮਾਨ ਆ ਰਿਹਾ। ਆਪ ਮਹਾਰੇ ਆਉਣ ਦਾ ਮਤਲਬ ਇਹ ਹੈ ਕਿ ਜਿਹਨਾਂ ਲੋਕਾਂ ਨੇ ਕਿਸਾਨ ਦਾ ਅਨਾਜ ਖਾਧਾ ਹੈ ਉਹ ਤਾਂ ਅਹਿਸਾਨ ਮੰਨਦੇ ਆ, ਉਹ ਅੱਜ ਵੀ ਅਹਿਸਾਨ ਮੰਦ ਨੇ ਕਿ ਅਸੀਂ ਸਾਰੀ ਉਮਰ ਕਿਸਾਨ ਦਾ ਪੈਦਾ ਕੀਤਾ ਖਾਧਾ ਹੈ। ਜੇ ਅੱਜ 2 ਬੋਰੀਆਂ ਉਹਦੇ ਲਈ ਭੇਜ ਦਾਂਗੇ ਤਾਂ ਕੋਈ ਫਰਕ ਨਹੀਂ ਪੈਣ ਲੱਗਿਆ, ਪਰ ਸਰਕਾਰ ਨੂੰ ਸੋਚਣ ਦੀ ਲੋੜ ਹੈ। ਤੇ ਇਹ ਸਮਾਨ ਹੈ, ਇਸ ਤਰੀਕੇ ਦੇ ਨਾਲ ਇੱਥੇ ਤਿਆਰੀ ਹੁੰਦੀ ਹੈ। ਕੁਝ ਤੁਸੀਂ ਕਿੰਨੇ ਪਟਿਆਲੇ ਤੋਂ ਕਿੰਨੇ ਬੰਦੇ ਹੋ ਜੀ? ਪਟਿਆਲੇ ਤੋਂ ਅੱਗੇ ਹੈਗੇ 7-8। ਅੱਛਾ, ਹਾਂ, ਤੇ 2 ਮਾਨਸਾ ਤੋਂ। ਮਾਨਸਾ ਤੋਂ ਜ਼ਿਆਦਾ ਨੇ ਜੀ। ਆ ਗੱਡੀ ਨਹੀਂ, ਉਹਨਾਂ ਦੀ ਡੈਥ ਹੋ ਗਈ ਕੋਈ ਪਿੱਛੇ, ਅੱਛਾ ਜੀ, ਤੇ ਉਹ ਗਏ ਹੋਏ ਨੇ, ਅੱਛਾ, ਉਹ ਵੀ 8-10 ਨੇ। ਅੱਛਾ, ਹਾਂ, ਉਹ ਕੱਲ ਆ ਜਾਣਗੇ। ਮਤਲਬ 15-16 ਬੰਦੇ ਤੁਸੀਂ ਸਾਰੇ ਹੈਗੇ? ਹਾਂ ਜੀ, ਹਾਂ, 15-16 ਬੰਦੇ ਹੈਗੇ ਆ ਜੀ। ਅੱਛਾ, ਹਾਂ, ਤੇ ਕੁਝ ਆ ਵੀ ਜਾਂਦੇ ਨੇ, ਜਿਵੇਂ ਕਿਸੇ ਦਾ ਵਿਆਹ ਹੈ, ਕੋਈ ਸ਼ਾਦੀ ਹੈ, ਤੇ ਉਹ ਫਿਰ ਤੁਰ ਜਾਏਗਾ, ਵਿਆਹ ਸ਼ਾਦੀ ਤੋਂ ਦੂਸਰਾ ਆ ਜਾਏਗਾ। ਹਾਂ, ਐਸੇ ਲਾਈਨ ਬਣਾ ਲਈ। ਹਾਂ, ਅੱਛਾ, ਜਿਹੜੇ ਸਮਾਨ ਆ ਰਿਹਾ ਇਹ ਫਿਰ ਲੋਕਲ ਲੋਕ ਹੀ ਇਸੇ ਤਰ੍ਹਾਂ ਹੋ ਰਿਹਾ? ਇੱਕ ਇਹ ਸਵਾਲ, ਵੱਡਾ ਸਵਾਲ, ਜਿਹੜਾ ਲੋਕ ਕਹਿੰਦੇ ਹੁੰਦੇ ਆ ਨਾ ਟਵਿੱਟਰ ਤੇ, ਸੋਸ਼ਲ ਮੀਡੀਆ ਤੇ, ਅੱਜ ਕੱਲ ਦੀ ਜਿਹੜੀ ਟਵੀਟ ਵਾਲੀ ਜਨਰੇਸ਼ਨ ਆ ਉਹ ਬੜੇ ਸਵਾਲ ਉਠਾਉਂਦੀ ਹੈ। ਆ ਰਸ ਨੇ, ਆ ਚਾਹ ਦਾ ਲੰਗਰ ਹੈ ਜਿਹੜਾ ਸਾਰੀ ਰਾਤ ਚੱਲਦਾ, ਉਹ ਸਵਾਲ ਇੱਕ ਜਨਤਾ ਉਠਾਉਂਦੀ ਹੈ, ਜਿਹੜੀ ਟਵਿੱਟਰ ਵਾਲੀ ਜਾਂ ਸੋਸ਼ਲ ਮੀਡੀਆ ਡਿਜੀਟਲ ਜਨਤਾ, ਉਹ ਕਹਿੰਦੇ ਫੰਡਿੰਗ ਹੋ ਰਹੀ ਆ ਬਾਹਰੋਂ। ਫੰਡਿੰਗ ਇਹਨਾਂ ਨੂੰ ਕਿੱਥੋਂ ਆ ਰਹੀ ਹੈ, ਇਸ ਧਰਨੇ ਵਾਲਿਆਂ ਨੂੰ? ਸੋ ਫੰਡਿੰਗ ਦਾ ਅੱਜ ਇੱਕ ਜਵਾਬ ਤੁਹਾਨੂੰ ਮੈਂ ਇੱਥੇ ਦਿੰਦਾ। ਫੰਡਿੰਗ, ਜਿਵੇਂ ਬਾਪੂ ਜੀ ਨੇ ਦੱਸਿਆ ਕਿ ਇੱਕ ਦੁਕਾਨਦਾਰ ਨੇ 5000 ਰੁਪਏ ਦੇ ਡਰਾਈ ਫਰੂਟ ਇਹਨਾਂ ਨੂੰ ਫ੍ਰੀ 'ਚ ਦਿੱਤੇ, ਸਿਰਫ ਇਹ ਅਹਿਸਾਨ ਜਾਣ ਕੇ ਕਿ ਸਾਰੀ ਉਮਰ ਅਸੀਂ ਕਿਸਾਨ ਦਾ ਪੈਦਾ ਕੀਤਾ ਖਾਧਾ ਹੈ। ਪਤਾ ਨਹੀਂ ਕਿੰਨੇ ਟਨ ਅਨਾਜ ਜਾਂ ਕਿੰਨੇ ਮਣ ਅਨਾਜ ਅੱਜ ਤੱਕ ਖਾਧਾ ਹੈ। ਜੇ ਅੱਜ 5000 ਰੁਪਏ ਦੇ ਡਰਾਈ ਫਰੂਟਸ ਜਾਂ ਚੌਲ ਦੇ 2 ਗੱਟੇ ਕਿਸਾਨ ਨੂੰ ਦੇਣੇ ਪੈ ਜਾਣਗੇ ਤਾਂ ਕੋਈ ਫਰਕ ਨਹੀਂ ਪੈਂਦਾ। ਇਹ ਅਹਿਸਾਨ, ਇਹ ਇਖਲਾਕ ਹੈ ਜਿਹੜਾ ਇਹ ਸਮਾਜ ਦੇ ਹਰ ਤਬਕੇ 'ਚ, ਆਮ ਇਨਸਾਨ 'ਚ ਹੈਗਾ, ਪਰ ਸਿਆਸਤ ਦਾ ਕੋਈ ਇਖਲਾਕ ਨਹੀਂ ਹੁੰਦਾ। ਵੱਡੀ ਗੱਲ ਉਹੀ ਹੈ। ਕੁਝ ਹੋਰ ਲੋਕ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਬਾਪੂ ਜੀ, ਫਿਰ ਸਾਰੀ ਰਾਤ ਇੱਥੇ ਤਿਆਰੀ 'ਚ ਲੰਘ ਜਾਂਦਾ ਹੈ? ਹੁਣੇ ਚਾਹ ਬਣਾਏ ਨਹੀਂ, ਹੁਣ ਨਹੀਂ, ਬਾਕੀ ਤਿਆਰੀ ਹੁਣ ਕੰਪਲੀਟ ਹੈ ਸਾਡੀ। ਹੁਣ ਚਾਹ ਦਾ ਲੰਗਰ ਚੱਲੂ ਸਾਰੀ ਰਾਤ, ਅੱਛਾ, ਤੇ ਸਵੇਰੇ ਇਹ ਫਿਰ ਸ਼ੁਰੂ ਹੋ ਜਾਊਗਾ। ਤੇ ਸੌਂਨੇ ਕਿਹੜੇ ਵੇਲੇ ਹੋ ਫਿਰ ਤੁਸੀਂ? ਅਸੀਂ ਵਾਰੀ ਸੌਂ ਜਾਾਂਗੇ ਨਾ। ਅੱਛਾ, ਹੁਣ ਅਸੀਂ 2 ਵਜੇ ਸੌਂ ਜਾਾਂਗੇ। ਜਿਹੜੇ ਪਹਿਲਾਂ ਬੰਦੇ ਲੱਗੇ ਹੋਏ ਨੇ, ਅੱਛਾ, 2 ਵਜੇ ਤੋਂ ਬਾਅਦ ਦੂਜੇ ਆ ਜਾਣਗੇ। ਅੱਛਾ, ਆਪਣੇ ਕੋਲ ਮੁੰਡੇ ਹੈਗੇ ਹੋਰ। ਅੱਛਾ। ਤੇ ਇੱਕ ਇਹ ਵੀ ਕਹਿੰਦੇ ਆ ਕਿ ਇੱਥੇ ਸ਼ੱਕੀ ਬੰਦੇ ਕਈ ਵਾਰੀ ਫੜੇ ਗਏ, 2-3 ਦਿਨ ਫੜੇ ਗਏ, ਉਹਦੀ ਵੀ ਕੋਈ ਨਿਗਾਹ ਰੱਖਦੇ ਹੋ? ਉਹਦਾ ਜ਼ਿਆਦਾ ਤਾਂ ਨਹੀਂ ਵੈਸੇ। ਸਰ ਜੀ, ਰਾਤ ਸੀਗਾ ਜੀ, ਇੱਥੇ ਆਏ ਸੀਗੇ, ਇੱਥੋਂ ਨੇੜੇ ਦੇ ਪੁਲਿਸ ਵਾਲਾ ਸੀਗਾ ਜੀ ਜਿਹੜਾ ਅਸੀਂ ਫੜਿਆ ਜੀ। ਅਸੀਂ ਜਾਗਦੇ ਸੀ ਉਦੋਂ ਜੀ। ਅੱਛਾ, ਹਾਂਜੀ, ਕੋਲ ਉਹਦੇ ਸ਼ਰਾਬ ਸੀਗੀ ਜੀ। ਅੱਛਾ, ਹਾਂਜੀ, ਔਨ ਡਿਊਟੀ ਸੀਗਾ ਜੀ ਉਹ। ਫਿਰ ਥਾਣੇ
ਹਾਂ ਸ਼ਰਾਬ ਵੀ ਫੜੀ ਗਈ ਹੈ ਜੀ ਉਹਦੇ ਕੋਲ। ਹਾਂਜੀ ਜਿਹੜੇ ਕੋਲ ਕੱਲ ਫੜੀ ਗਈ ਕੱਲ ਫੜੀ ਗਈ ਹੈ। ਹਾਂਜੀ ਹਾਂਜੀ ਔਨ ਡਿਊਟੀ ਔਨ ਡਿਊਟੀ ਸੀਗਾ ਜੀ। ਫਿਰ ਥਾਣੇ ਤੱਕ ਦੇ ਵਿੱਚ ਸੀ ਹਾਂਜੀ ਹਾਂਜੀ ਯੂਨੀਫਾਰਮ ਚ ਸੀ ਨਹੀਂ ਸਿਵਲ ਜੀ ਸੀਗਾ ਜੀ। ਸਿਵਲ 'ਚ ਸੀ। ਹਾਂਜੀ ਸਿਵਲ 'ਚ ਸੀਗਾ ਜੀ। ਸ਼ਰਾਬ ਕਿੰਨੀ ਕੁ ਸੀਗੀ ਸ਼ਰਾਬ ਉਹਦੇ ਕੋਲ ਜੀ ਬੈਗ ਸੀਗੇ ਜੀ। ਬੈਗ ਦੇ ਵਿੱਚ ਬੋਤਲਾਂ ਸੀਗੀਆਂ, ਕਿਸੇ 'ਚ 4-5 ਬੋਤਲਾਂ ਸੀ, 2 ਬੈਕਾਂ ਦੇ ਵਿੱਚ ਸੀ ਅਲੱਗ-ਅਲੱਗ ਸੀਗੇ ਜੀ। ਅੱਛਾ ਹਾਂਜੀ ਫਿਰ ਉਹ ਬਾਅਦ 'ਚ ਪੁਲਿਸ ਵਾਲੇ ਲੈ ਗਏ ਫੜ ਕੇ। ਉਸ ਤੋਂ ਬਾਅਦ ਨਹੀਂ ਪਤਾ ਲੱਗਾ ਜੀ ਉਹ ਬੰਦਾ ਗਿਆ ਤੇ ਗਿਆ ਕਿੱਥੇ ਜੀ। ਹਾਂਜੀ ਪੁਲਿਸ ਵਾਲੇ ਫੜ ਕੇ ਲੈ ਗਏ ਜੀ ਥੋੜ੍ਹੇ ਦਿਨ। 2 ਸੀ ਕਰਮਚਾਰੀ ਪੁਲਿਸ ਵਾਲੇ ਜੀ। ਹਾਂਜੀ ਅੱਛਾ ਫਿਰ ਤੁਹਾਡੇ ਕੋਲ ਕਿੰਨੇ ਕ ਬੰਦੇ ਪਹੁੰਚਦੇ ਆ ਜੀ ਮਤਲਬ ਜਦੋਂ ਤੁਸੀਂ ਕੱਲ ਖੀਰ ਦਾ ਲੰਗਰ ਚਲਾਉਨੇ ਹੋਗੇ ਸਵੇਰ ਤੋਂ ਸ਼ਾਮ ਤੱਕ ਕਿੰਨੇ ਕ ਲੋਕੀ ਆਉਂਦੇ ਹੈਗੇ ਇੱਥੇ ਸਾਡੇ ਕੋਲ 10000 ਦੇ ਗੇਟ 'ਚ ਬੰਦਾ ਤਕਰੀਬਨ ਖੀਰ ਖਾ ਜਾਂਦਾ ਦਿਨ 'ਚ। ਆ ਜਾਂਦਾ ਆ ਜਾਂਦਾ ਅਸੀਂ ਆਪਦੇ ਡੂਨਿਆਂ ਤੋਂ ਤੇ ਚਮਚਾ ਦਾ ਹਿਸਾਬ ਲਾਉਂਦੇ ਆ ਜੀ। ਹਾਂਜੀ ਹਾਂਜੀ ਕਿੰਨੀ ਕ ਲੱਗ ਜਾਂਦੇ ਆ ਤੁਹਾਡੇ ਰੋਜ਼ ਦਾ 10,000 11,000 ਚਮਚਾ ਲੱਗਦਾ ਜੀ। ਅੱਛਾ ਹਾਂ ਜੀ ਡੂਨਾ ਜੀ। ਤੇ ਆਪੇ ਉਹ ਫ੍ਰੀ ਆ ਰਹੇ ਜੀ, ਸਾਨੂੰ ਨਹੀਂ ਪਤਾ ਕਿੱਥੋਂ ਆ ਰਹੇ ਡੂਨਾ। ਇਹ ਹਾਂ ਇਹ ਜਿਹੜੀ ਆਹ ਡਿਸਪੋਜ਼ੇਬਲ ਹੈ ਇਹ ਕਿੱਥੋਂ ਆਉਂਦਾ ਇਹ ਆਪੇ ਦੇ ਕੇ ਜਾ ਰਹੇ ਜੀ। ਹਾਂ ਜੀ ਦਿੱਲੀ ਤੋਂ ਜਾਂ ਕੋਈ ਸਿੰਘ ਆ ਗਏ ਜਾਂ ਕੁਛ ਆ ਗਏ ਜੀ, ਕਿਸਾਨ ਵਾਲੇ ਜਾਂ ਕਿਤੋਂ ਵੀ ਆ ਗਏ ਜੀ। ਬਸ ਇੱਥੇ ਅਸੀਂ ਰਖਾਉਂਦੇ ਨਹੀਂ ਜੀ ਵੀ ਨਹੀਂ ਜੀ ਇੰਨੇ ਰੱਖਣੇ, ਧੱਕੇ ਨਾਲ ਰੱਖ ਕੇ ਜਾਂਦੇ। ਹੁਣ ਵੀ ਸਾਡੇ ਕੋਲ ਬਹੁਤ ਪਿਆ ਜੀ, ਆਹ ਦੇਖ ਸਕਦੇ ਆ ਕੱਟੇ ਭਰੇ ਪਏ ਆ, ਟਰਾਲੀ ਭਰੀ ਪਈ ਖੰਡ ਦਾ। ਹਾਂ ਜੀ ਆਹ ਖੰਡ ਦੀ ਵੀ ਟਰਾਲੀ ਦੇ ਵਿੱਚ ਅਸੀਂ ਜਿੰਨੀ ਲੈ ਕੇ ਉਹ ਤੋਂ ਦੁੱਗਣੀ ਸਾਡੇ ਕੋਲ ਅਜੇ ਵੀ ਪਈ ਹੈ ਜੀ। ਹਾਂਜੀ ਤੁਹਾਨੂੰ ਦਿਖਾਉਣੇ ਆ ਇਹ ਤਸਵੀਰਾਂ ਵੀ ਡਿਸਪੋਜ਼ਲ ਜਿਹੜਾ ਸਮਾਨ ਹੁੰਦਾ ਹੈ ਡਿਸਪੋਜ਼ੇਬਲ ਜਿੰਨਾ ਆ ਡੋਨੇ ਵਗੈਰਾ ਹੁੰਦੇ ਆ ਗਲਾਸ ਕੱਪ ਜਿਹੜੇ ਆ ਇਹ ਨਹੀਂ ਪਤਾ ਤੁਹਾਨੂੰ ਕਿੱਥੋਂ ਆ ਰਹੇ ਆ ਮਤਲਬ ਸੰਸਥਾਵਾਂ ਸੇਵਾ ਕਰ ਰਹੀਆਂ ਜੀ ਹੈ ਤੇ ਡੇਲੀ 10,000 ਬੰਦਾ ਹੈ ਇਹਨਾਂ ਤੋਂ ਮਤਲਬ ਖਾ ਜਾਂਦਾ ਹੈ ਲੰਗਰ ਛਕਦਾ ਇੱਥੇ ਆ ਕੇ ਖੀਰ ਹੈ ਚਾਹੇ ਉਹ ਚਾਹ ਦਾ ਲੰਗਰ ਹੈ ਜੋ ਰਾਤ ਨੂੰ ਇਹ ਚਲਾਉਂਦੇ ਆ ਅੱਛਾ ਇਹ ਸਾਰਾ ਡਿਸਪੋਜ਼ੇਬਲ ਸਮਾਨ ਹੈ ਇਸ ਤੋਂ ਇਲਾਵਾ ਚੌਲ ਹੈ ਡਰਾਈ ਫਰੂਟਸ ਹੈ ਦੁੱਧ ਹੈ ਅੱਛਾ ਇਹ ਬਿਸਕਿਟ ਦਾ ਪੂਰਾ ਹੋਇਆ ਡੱਬਾ ਹੈ ਹਾਂ ਤਾਂ ਇਹ ਵੀ ਇਹ ਆਮ ਲੋਕੀ ਸੇਵਾ ਕਰ ਰਹੇ ਆ ਔਰ ਇਸ ਸੇਵਾ ਦੇ ਪਿੱਛੇ ਕਾਰਨ ਉਹੀ ਹੈ ਚਲੋ ਇਹ ਵੀ ਹੈ ਇੱਕ ਕਿ ਕਿਉਂਕਿ ਇਹ ਪੰਜਾਬੀ ਨੇ ਤੇ ਆਪਾਂ ਪਹਿਲਾਂ ਵੀ ਜਿਵੇਂ ਗੱਲ ਕਰ ਚੁੱਕੇ ਆ ਕਿ ਪੰਜਾਬ ਤਾਂ ਵਸਦਾ ਹੀ ਗੁਰਾਂ ਦੇ ਨਾਂ ਤੇ ਹੈ ਉਹਨਾਂ ਗੁਰਾਂ ਦੇ ਨਾਂ ਤੇ ਜਿਨ੍ਹਾਂ ਨੇ 200-250 ਸਾਲ ਉਸ ਖਿੱਤੇ 'ਚ ਕੰਮ ਕੀਤਾ ਤੇ ਉਹਨਾਂ ਨੇ ਸਾਨੂੰ ਸੇਵਾ ਦੀ ਮਹੱਤਤਾ ਦੱਸੀ ਹੈ ਜਿਨ੍ਹਾਂ ਨੇ ਸਾਡੇ DNA 'ਚ ਸੇਵਾ ਭਰੀ ਹੈ ਇਸ ਕਰਕੇ ਜਦੋਂ ਵੀ ਕਿਤੇ ਇਸ ਤਰ੍ਹਾਂ ਦਾ ਮਾਹੌਲ ਆਉਂਦਾ ਤਾਂ ਹਰੇਕ ਪੰਜਾਬੀ ਆਪ ਮੁਹਾਰੇ ਖੜਾ ਹੁੰਦਾ ਤੇ ਉਹ ਕਿਸੇ ਵੀ ਤਰ੍ਹਾਂ ਦੀ ਸੇਵਾ ਹੋਵੇ ਫਿਰ ਚਾਹੇ ਉਹ ਇੱਥੇ ਤੁਸੀਂ ਡਾਕਟਰ ਦੇਖ ਸਕਦੇ ਹੋ ਇੱਥੇ ਕਲੀਨਿਕ ਖੁੱਲ ਗਏ ਹੈ ਇੱਥੇ ਲੋਕੀ ਸਿਲੰਡਰ ਦੀ ਸੇਵਾ ਕਰ ਰਹੇ ਆ ਬਿਸਕੁਟ ਆ ਰਹੇ ਆ ਕੋਈ ਕੁਛ ਲੈ ਕੇ ਮਤਲਬ ਹਰ ਤਰ੍ਹਾਂ ਦੀ ਸੇਵਾ ਈਵਨ ਇੱਥੇ ਸਵੇਰੇ ਸਵੇਰੇ ਇਹ ਮਾਹੌਲ ਹੁੰਦਾ ਹੈ ਕਿ ਲੋਕਾਂ ਨੂੰ ਟੁੱਥਪੇਸਟ ਤੇ ਟੁੱਥਬ੍ਰਸ਼ ਦੀ ਸੇਵਾ ਵਾਲੇ ਲੋਕ ਵੀ ਪਹੁੰਚਦੇ ਆ ਸੋ ਇਹ ਜਿਹੜਾ ਫਿਲਾਸਫੀ ਹੈ ਸੇਵਾ ਦੀ ਇਹ ਤਾਂ ਖੈਰ ਪੰਜਾਬ ਦੇ ਵਿੱਚ ਇਸ ਕਰਕੇ ਵੀ ਜ਼ਿਆਦਾ ਪ੍ਰਫੁੱਲਤ ਹੋਈ ਹੈ ਕਿਉਂਕਿ ਪੰਜਾਬ ਜਿਵੇਂ ਆਪਾਂ ਗੱਲ ਕੀਤੀ ਕਿ ਗੁਰੂਆਂ ਦੇ ਨਾਂ ਤੇ ਵਸਦਾ ਉਹਨਾਂ ਗੁਰੂਆਂ ਨੇ 200-250 ਸਾਲ ਉਸ ਧਰਤੀ ਤੇ ਸੇਵਾ ਨੂੰ ਲੈ ਕੇ ਬੜਾ ਕੰਮ ਕੀਤਾ ਉਹ ਗੁਰੂ ਨਾਨਕ ਦੇਵ ਜੀ ਦੇ 20 ਰੁਪਇਆਂ ਤੋਂ ਸ਼ੁਰੂ ਹੋਈ ਜਿਹੜੀ ਸੇਵਾ ਸੀ ਉਹ ਫਿਰ ਪੀੜ੍ਹੀ ਦਰ ਪੀੜ੍ਹੀ ਜਿਹੜੀ ਹੈ ਹਰੇਕ ਪਾਤਸ਼ਾਹੀ ਦੇ ਵੱਲੋਂ ਚੱਲਦੀ ਰਹੀ ਉਸੇ ਤਰੀਕੇ ਦੇ ਨਾਲ ਤੇ ਉਹੀ ਪੰਜਾਬ ਦੇ ਹਰ ਬਸ਼ਿੰਦੇ ਦੇ ਵਿੱਚੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਿਫਲੈਕਟ ਹੁੰਦੀ ਆ ਸੋ ਇਹ ਮਾਹੌਲ ਹੁੰਦਾ ਹੈਗਾ ਸਿੰਘੂ ਬਾਰਡਰ ਤੇ ਰਾਤ ਨੂੰ 2 ਵਜੇ ਦੇ ਨੇੜੇ ਤੇੜੇ ਕੁਛ ਹੋਰ ਨੌਜਵਾਨ ਸੱਜਣ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਉਹਨਾਂ ਦੀ ਵੀ ਰਾਏ ਲੈਣੇ ਇਹਨਾਂ ਬਿੱਲਾਂ ਨੂੰ ਲੈ ਕੇ ਕੀ ਨਾਂ ਹੈ ਜੀ ਤੁਹਾਡਾ ਪਰਮਜੀਤ ਸਿੰਘ ਜੀ ਤੁਸੀਂ ਕਿੱਥੋਂ ਆਏ ਪਟਿਆਲੇ ਤੋਂ ਜੀ ਅੱਛਾ ਹਾਂਜੀ ਕੀ ਤੁਹਾਡਾ ਕੀ ਕਹਿਣਾ ਜੀ ਜਿਵੇਂ ਸੇਵਾ ਚੱਲ ਰਹੀ ਹੈ ਪਰ ਸਰਕਾਰ ਮਤਲਬ ਆਮ ਲੋਕੀ ਉਹੀ ਦੇਖ ਰਹੇ ਆ ਆਮ ਲੋਕੀ ਤਾਂ ਕਿਸਾਨ ਦਾ ਸ਼ੁਕਰਗੁਜ਼ਾਰ ਹੈਗੇ ਆ ਕਿਤੇ ਨਾ ਕਿਤੇ ਉਹ ਆਪ ਮੁਹਾਰੇ ਤਸਵੀਰਾਂ ਦੱਸਦੀਆਂ ਪਰ ਸਰਕਾਰ ਨਹੀਂ ਟਸ ਤੋਂ ਮਸ ਹੋ ਰਹੀ ਜਿਹੜੀ ਮਤਲਬ ਕਿਸਾਨ ਦੇ ਪ੍ਰਤੀ ਇੱਕ ਅੰਨਦਾਤਾ ਸ਼ਬਦ ਵਰਤਿਆ ਜਾਂਦਾ ਹੈ ਉਹਦੇ ਵਿੱਚ ਕਿੱਡੀ ਬੜੀ ਫਿਲਾਸਫੀ ਹੈ ਕਿੱਡੀ ਵੱਡੀ ਉਹਦੇ ਮਹੱਤਤਾ ਨਾਲ ਰੱਖਦੇ ਨੇ ਕਿ ਅੰਨਦਾਤਾ ਸ਼ਬਦ ਇੱਕ ਜਾਂ ਤਾਂ ਪਰਮਾਤਮਾ ਲਈ ਵਰਤਦੇ ਨੇ ਲੋਕ ਜਾਂ ਕਿ ਕਿਸਾਨ ਲਈ ਵਰਤਦੇ ਨੇ ਅੰਨਦਾਤਾ ਉਹਨੂੰ ਤੁਸੀਂ ਤਰੀਕੇ ਨਾਲ ਉਹਦੀ ਡੈਫੀਨੇਸ਼ਨ ਪੜ੍ਹੋਗੇ ਅੰਨਦਾਤਾ ਦੀ ਕਿੱਥੋਂ ਤੱਕ ਉਹ ਖੋਲ ਕੇ ਚੀਜ਼ ਜਾਂਦੀ ਹੈ ਇਸ ਲਈ ਸਰਕਾਰ ਕਿਸਾਨ ਨੂੰ ਪਤਾ ਨਹੀਂ ਕਿਉਂ ਨਹੀਂ ਸਮਝਣਾ ਚਾਹੁੰਦੀ ਅਜੇ ਤੱਕ ਕਿਸਾਨ ਦੇ ਮੁੱਦੇ ਨੇ ਸਹੀ ਮੁੱਦੇ ਨੇ ਉਹ ਵਾਪਸ ਲੈ ਲੈਣੇ ਜ਼ਰੂਰ ਸਰਕਾਰ ਦਾ ਹੰਕਾਰ ਹੀ ਬੋਲਦਾ ਹੁਣ ਹੋਰ ਤਾਂ ਕਸਰ ਕੋਈ ਨਹੀਂ ਹੈਗੀ ਬਾਕੀ ਦੂਜੀ ਗੱਲ ਹੈ ਸਰਕਾਰਾਂ ਦਾ ਮਤਲਬ ਰੋਲ ਹੈ ਭਾਈਚਾਰਕ ਸਾਂਝ ਨੂੰ ਖਤਮ ਕਰਨਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰਾਂ ਨੇ ਪਹਿਲਾਂ ਸਿੱਖਿਆ ਨੀਤੀ ਤੇ ਹਮਲਾ ਕੀਤਾ ਉਹ ਕਾਰਪੋਰੇਟ ਘਰਾਣਿਆਂ ਦੇ ਅੰਦਰ ਮੈਡੀਕਲ ਨੀਤੀਆਂ ਦਿੱਤੀਆਂ ਨੇ
ਉਹ ਕਾਰਪੋਰੇਟ ਘਰਾਣਿਆਂ ਦੇ ਅੰਦਰ ਗਈਆਂ ਨੇ। ਲਾਸਟ ਜਿਹੜੀ ਈਵੈਂਟ ਇੱਕ ਐਗਰੀਕਲਚਰ ਦਾ ਸੀ, ਖੇਤੀਬਾੜੀ ਦਾ, ਕਿਸਾਨਾਂ ਦਾ ਹੱਕ ਹੋ ਕੇ, ਤੇ ਉਹ ਚੀਜ਼ ਵੀ ਕਾਰਪੋਰੇਟ ਘਰਾਣਿਆਂ ਦੇ ਅੰਦਰ ਕਰਨਾ ਚਾਹੁੰਦੀ ਹੈ ਸਰਕਾਰ। ਇਹਨਾਂ ਚੀਜ਼ਾਂ ਨਾਲ ਇਹ ਮਤਲਬ ਲਾਸ ਹੁੰਦਾ ਹੈ। ਜਿਵੇਂ ਮੈਡੀਕਲ ਤੇ ਕਬਜ਼ਾ ਹੋ ਗਿਆ, ਐਜੂਕੇਸ਼ਨ ਪਾਲਿਸੀਆਂ ਤੇ ਕਬਜ਼ਾ ਹੋ ਗਿਆ, ਉਹ ਤੁਸੀਂ ਸਾਰੇ ਜਾਣਦੇ ਹੀ ਹੋ। ਐਜੂਕੇਸ਼ਨ ਹਰ ਬੰਦੇ ਦੇ ਬਸ ਦੀ ਗੱਲ ਨਹੀਂ ਰਹੀ, ਮੈਡੀਕਲ ਟ੍ਰੀਟਮੈਂਟ ਹਰ ਬੰਦੇ ਦੇ ਬਸ ਦਾ ਗੱਲ ਨਹੀਂ ਰਿਹਾ। ਜਦ ਕਿ ਪੱਛਮ ਦੇ ਦੇਸ਼ ਜਾਂ ਹੋਰ ਦੁਨੀਆ ਤੇ ਰਹਿੰਦੇ ਦੇਸ਼ਾਂ ਦੇ ਵਿੱਚ ਇਹ ਚੀਜ਼ਾਂ ਦੀ ਫ੍ਰੀ ਆਫ ਕਾਸਟ ਮਿਲਦੀਆਂ ਨੇ, ਲੇਕਿਨ ਇਸ ਧਰਤੀ ਦੇ ਸਾਰੀਆਂ ਚੀਜ਼ਾਂ ਇਹ ਕਾਸਟ ਵੱਧਦੀ ਜਾਂਦੀ ਹੈ। ਆਮ ਬੰਦੇ ਦੇ ਬਸ ਦੀ ਗੱਲ ਨਹੀਂ, ਆਮ ਬੰਦਾ ਐਜੂਕੇਟ ਨਹੀਂ ਹੋ ਸਕਦਾ। MBBS ਮੈਡੀਕਲ ਦੀ ਸਟੱਡੀ ਲੈ ਲਓ, ਕਿਸੇ ਵੀ ਕਿਸਮ ਦੀ ਲੈ ਲਓ, ਇੰਜੀਨੀਅਰਿੰਗ ਦੀ ਲੈ ਲਓ, ਕੋਈ ਵੀ ਹੋਰ ਬੇਸਿਕ ਸਟੱਡੀ ਲੈ ਲਓ, ਫੀਸਾਂ ਦਾ ਦੇਖੋ ਤੁਸੀਂ ਕਿੱਥੇ ਤੱਕ ਚਲੀ ਗਈ। ਜਿੰਨੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਆਈਆਂ ਨੇ ਜਾਂ ਹੋਰ ਕੋਈ ਇਦਾਂ ਦੀਆਂ ਪਾਲਿਸੀਆਂ ਸਰਕਾਰ ਬਣਾਉਂਦੀ ਹੈ, ਉਹ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਦੇ ਅੰਦਰ ਕਰਨ। ਇਹ ਲਾਸਟ ਸੀ, ਇਹ ਲਾਸਟ ਹੈ ਇਹਦੀ, ਕਿਉਂਕਿ ਇਹਦੇ ਤੇ 70% ਲੋਕ ਮੈਕਸਿਮਮ ਕੰਮ ਕਰਦੇ ਨੇ, ਖੇਤੀਬਾੜੀ ਨਾਲ ਜੁੜੇ ਹੋਏ ਨੇ। ਉਹਨੂੰ ਦੱਬਣ ਲਈ ਇਹ ਸਾਰਾ ਪਾਲਿਸੀ ਬਣਾਈ ਗਈ ਆ। ਉਹ ਪਾਲਿਸੀ ਇਹਨਾਂ ਦੀ ਹੁਣ ਸਿਰੇ ਲੱਗਦੀ ਜਾਂਦੀ ਹੈ, ਪਰ ਲੋਕ ਜਾਗਰੂਕ ਨੇ, ਕਿਸਾਨ ਵੀ ਪੜ੍ਹ ਚੁੱਕਿਆ, ਐਜੂਕੇਸ਼ਨ ਲਈ ਹੋਈ ਹੈ ਥੋੜ੍ਹੀ ਬਹੁਤੀ। ਇੰਨੀਆਂ ਮਹਿੰਗੀਆਂ ਐਜੂਕੇਸ਼ਨਾਂ ਵਿੱਚ ਵੀ ਇੰਨੇ ਮਤਲਬ ਕਿਸਾਨ ਜਿਹੜੇ ਥੋੜ੍ਹੇ ਪੜ੍ਹ ਚੁੱਕੇ ਨੇ, ਉਹ ਸਾਰੀ ਚੀਜ਼ ਨੂੰ ਹੁਣ ਸਮਝ ਚੁੱਕੇ ਨੇ। ਦੇਖੋ ਬਾਕੀ ਲੋੜ ਹੁਣ ਸਰਕਾਰ ਦਾ ਹੰਕਾਰ ਬੋਲਦਾ, ਬਾਕੀ ਕਸਰ ਕੋਈ ਨਹੀਂ ਹੈਗੀ। ਉਹਨਾਂ ਦੀ ਵੀ ਆਪਣਾ ਇੱਕ ਈਗੋ ਦਾ ਸਵਾਲ ਹੈ, ਜਿਸ ਕਰਕੇ ਮੈਨੂੰ ਲੱਗਦਾ ਵੀ ਹੁਣ ਤੱਕ ਇਹ ਵਾਪਸੀ ਦੀ ਗੱਲ ਨਹੀਂ ਚੱਲਦੀ। NH1 ਹੈ, ਅੱਜ 13-14 ਦਿਨ ਹੋ ਗਏ ਆ ਬੰਦ ਹੋਏ ਨੂੰ। ਕਿਤੇ ਨਾ ਕਿਤੇ ਇਸ ਚੀਜ਼ ਨੂੰ ਸੋਚਣਾ ਚਾਹੀਦਾ, ਨੈਸ਼ਨਲ ਇੰਟਰਨੈਸ਼ਨਲ ਕਿੱਥੋਂ ਤੱਕ ਲੋਕ ਮਤਲਬ ਆਵਾਜ਼ ਬੁਲੰਦ ਕਰਦੇ। ਹਰ ਪਾਸੇ ਬਦਨਾਮੀ ਤਾਂ ਹੋ ਹੀ ਰਹੀ ਹੈ, ਪਰ ਸਰਕਾਰ ਉਹ ਨਹੀਂ ਆ ਰਹੀ ਕਿਸੇ ਗੱਲ ਤੇ ਨਹੀਂ। ਇੱਕ ਮਤਲਬ ਹੰਕਾਰ ਦੇ ਵਿੱਚ ਬਦਨਾਮੀ ਵਾਲੀ ਕੋਈ ਪਾਲਿਸੀ ਕਿਸੇ ਨੂੰ ਸਮਝ ਨਹੀਂ ਆਉਂਦੀ। ਇਹ ਇੱਕ ਕਿਰਤੀ ਬੰਦੇ ਨੂੰ ਇੱਜ਼ਤ ਔਰ ਬੇਇੱਜ਼ਤੀ ਦਾ ਸਵਾਲ ਹੁੰਦਾ, ਪਰ ਸੱਤਾ ਦਾ ਨਸ਼ਾ ਇਹੋ ਜਿਹਾ ਹੁੰਦਾ। ਪਿਛਲੇ ਇਤਿਹਾਸ ਨੂੰ ਸਿਆਸਤ ਦਾ ਕੋਈ اخلاق ਨਹੀਂ ਹੁੰਦਾ, ਸਿਆਸਤ ਦਾ ਕੋਈ ਧਰਮ ਵੀ ਨਹੀਂ ਹੁੰਦਾ। ਸਿਆਸਤ ਜਿੱਥੋਂ ਤੱਕ ਸੋਚਦੀ ਰਹੀ ਵੀ ਇਹ ਸਾਰੀ ਧਾਰਮਿਕ ਭਾਈਚਾਰਾ ਹੋ ਗਿਆ, ਸੱਭਿਆਚਾਰਕ ਸਾਂਝ ਹੋ ਗਈ, ਹਰਿਆਣੇ ਦੀ, ਪੰਜਾਬ ਦੀ, ਹੋਰ ਸਾਰੀਆਂ ਸਟੇਟਾਂ ਦੀ ਰਲ ਕੇ, ਉਹ ਸਾਰੀ ਨੂੰ ਸੱਤਾ ਦੇ ਲੋਕ ਖਤਮ ਕਰਨਾ ਚਾਹੁੰਦੇ ਨੇ। ਪਰ ਕਿਤੇ ਨਾ ਕਿਤੇ ਜਿਹੜਾ ਇਹ ਸਿਸਟਮ ਸਟਰਕਚਰ ਬਣਿਆ ਹੋਇਆ ਸਾਡੇ ਗੁਰੂ ਪੀਰਾਂ ਦੀ ਧਰਤੀ ਤੇ ਬਣਿਆ ਹੋਇਆ, ਉਹਦੇ ਸਿਧਾਂਤ ਨੇ ਜਿਹੜੇ ਸਾਰੇ ਨੇ, ਉਹ ਕਿਤੇ ਨਾ ਕਿਤੇ ਜਾਗਰੂਕ ਹੋ ਉੱਠਦੇ ਨੇ, ਲੋਕਾਂ ਦੀ ਸਿਮਰਤੀ 'ਚ ਵਸੇ ਹੋਏ ਨੇ, ਮੈਮਰੀ 'ਚ ਸਟੈਂਡ ਕਰਦੇ ਨੇ। ਤੁਸੀਂ ਉਹਦੀ ਉਦਾਹਰਨ ਹੁਣ ਦੇਖਦੇ ਹੋ, ਰਾਤ ਹੋਈ ਆ, ਕਿੰਨਾ ਟਾਈਮ ਹੈ, ਪਰ ਲੋਕ ਅੱਜ ਵੀ ਲੰਗਰ ਚੱਲਦੇ ਨੇ ਤਰ੍ਹਾਂ ਦੀ। ਮੈਨੂੰ ਲੱਗਦਾ, ਬਾਕੀ ਚਲੋ ਤੁਸੀਂ ਸਾਰੇ ਸਿਆਣੇ ਹੋ, ਮੈਨੂੰ ਲੱਗਦਾ ਵੀ ਕਿਸੇ ਚੰਗੇ ਸਰਦੇ ਪੁਰਦੇ ਬੰਦੇ ਦੇ ਘਰੇ ਉਹ ਮਟੀਰੀਅਲ ਨਹੀਂ ਹੋਏਗਾ ਚੰਗੇ ਜਿੰਨਾ ਜਿੱਥੇ ਲੰਗਰਾਂ 'ਚ ਲੋਕ ਛਕਦੇ। ਹਾਂ ਦਿਖ ਰਿਹਾ ਇਹ ਭਾਈਚਾਰਕ ਸਾਂਝ ਮਤਲਬ ਜਿਹੜੀ ਗੁਰੂ ਪੀਰਾਂ ਨੇ ਬੀਜੀ ਹੋਈ ਆ, ਮਤਲਬ ਉਹਨਾਂ ਨੇ ਇੱਕ ਸਿਧਾਂਤ ਤੇ ਦ੍ਰਿੜਤਾ ਬਣਾਈ ਹੋਈ ਆ ਲੋਕਾਂ ਦੀ। ਲੋਕ ਉਸ ਗੱਲ ਤੇ ਪਹਿਰਾ ਦਿੰਦੇ ਨੇ। ਹੁਣ ਸਰਕਾਰ ਦਾ ਹੰਕਾਰ ਇਹ 'ਚ ਨਹੀਂ, ਉਹ ਖੇਤੀ ਜੇ ਸਰਕਾਰ ਨਹੀਂ ਮੰਨਦੀ, ਹੁਣ ਅੱਜ ਵੀ ਸਰਕਾਰ ਨੇ ਉਹੀ ਕੀਤਾ, ਬੁਲਾ ਲੇ, ਬੁਲਾ ਕੇ ਫੇਰ ਉਹੀ ਗੱਲ, ਮਤਲਬ ਜਿਹੜੀ ਤੁਸੀਂ ਗੱਲ ਉਹੀ ਸੁਣਾਉਣੇ ਹੋ ਵਾਰ-ਵਾਰ, ਬਿੱਲ ਵਾਪਸ ਨਹੀਂ ਹੋਣੇ, ਤਾਂ ਫਿਰ ਉਹ ਵਾਰੀ-ਵਾਰੀ ਕਿਸਾਨ ਜਥੇਬੰਦੀਆਂ ਨੂੰ ਬੁਲਾ ਕੇ ਕੀ ਸੁਣਾਉਣੇ ਹੋ? ਮਤਲਬ ਇੱਕ ਵਾਰ ਤੁਸੀਂ ਕਹਿ ਹੀ ਦਿੱਤਾ ਵੀ ਨਹੀਂ ਹੋਣੇ, ਵਾਰੀ-ਵਾਰੀ ਮੀਟਿੰਗਾਂ ਕਰਕੇ ਇਸ ਮਸਲੇ ਨੂੰ ਲਮਕਾਈ ਜਾਣਾ, ਉਹਦੇ ਨਾਲ ਕੀ ਹੋਊਗਾ? ਸਰਕਾਰ ਮੈਨੂੰ ਲੱਗਦਾ ਵੀ ਜਿੱਥੋਂ ਤੱਕ ਹੋ ਸਕਦਾ ਇੰਤਹਾ ਦੇਖਣਾ ਚਾਹੁੰਦੀ ਹੈ ਅਜੇ ਲਾਸਟ ਤੱਕ, ਵੀ ਕਿਸੇ ਸਬਰ ਦੀ ਆ। ਪਰ ਉਹ ਇਸ ਚੀਜ਼ ਤੋਂ ਬੇਖਬਰ ਹੈ ਸਰਕਾਰ, ਕਿਉਂਕਿ ਸੱਤਾ ਦੇ ਨਸ਼ੇ 'ਚ ਬੰਦਾ ਬੇਖਬਰ ਹੁੰਦਾ। ਉਹ ਇਸ ਗੱਲੋਂ ਬੇਖਬਰ ਹੈ ਵੀ ਮਤਲਬ ਜ਼ਬਰ ਦਾ ਜਿਹੜਾ ਮਤਲਬ ਜਿਹੜੀ ਸਾਡੇ ਗੁਰੂ ਪੀਰਾਂ ਨੇ ਸਾਨੂੰ ਸਿਧਾਂਤ ਦ੍ਰਿੜਤ ਕਰਾਈ ਹੋਈ ਆ, ਉਹ ਇਹ ਆ ਵੀ ਸਬਰ ਰੱਖ ਕੇ ਹੀ ਜ਼ਬਰ ਦਾ ਮੁਕਾਬਲਾ ਹੋ ਸਕਦਾ। ਇਹ ਤੁਸੀਂ ਦੇਖੋ ਵੀ ਕਿੰਨੇ ਲੱਖਾਂ ਦੀ ਤਾਦਾਦ 'ਚ ਜਿਹੜੀ ਮਤਲਬ ਇਕੱਠ ਹੋਇਆ ਲੋਕ ਆਏ ਹੋਏ ਨੇ, ਤੇ ਕਿਸਾਨ ਆਏ ਹੋਏ ਨੇ, ਸਾਰੇ ਮੁਲਾਜ਼ਮ ਆਏ ਨੇ, ਮਜ਼ਦੂਰ ਆਏ ਹੋਏ ਨੇ। ਉਹ ਇੰਨੀ ਮਤਲਬ ਬਹੁਤਤਾ ਦੇ ਵਿੱਚ ਆ ਕੇ ਵੀ ਬਹੁਤ ਜਿਹਨੂੰ ਕਹਿ ਸਕਦੇ ਮਤਲਬ ਬਹੁਤ ਸੱਭਿਆਚਾਰਕ ਲੋਕ ਵੀ ਇਕੱਠੇ ਹੋਣ ਤੋਂ ਬਾਅਦ ਵੀ ਇਹਨੂੰ ਮਤਲਬ ਸ਼ਾਂਤਮਈ ਤਰੀਕੇ ਨਾਲ ਇਹਨੂੰ ਆਪਣਾ ਅੰਦੋਲਨ ਜਾਰੀ ਕਰਦੇ ਨੇ। ਇਹ ਵੱਡੀਆਂ ਗੱਲਾਂ ਨੇ। ਸੋ ਸਾਰੇ ਲੋਕ ਇੱਕ ਸਬਰ ਦੇ ਵਿੱਚ ਬੈਠੇ ਤਾਂ ਹੈਗੇ ਆ ਇੱਥੇ, ਪਰ ਸਰਕਾਰ ਉਹੀ ਗੱਲ ਜਿਵੇਂ ਇਹ ਕਹਿ ਰਹੇ ਸੀ ਭਾਈ ਸਾਹਿਬ ਕਿ ਸਰਕਾਰ ਸਬਰ ਦੀ ਇੰਤਹਾ ਦੇਖਣੀ ਚਾਹੁੰਦੀ ਹੈ। ਹੁਣ ਉਹ ਪਤਾ ਨਹੀਂ ਸਰਕਾਰ ਦੀ ਕੀ ਮਨਸ਼ਾ ਉਹਦੇ ਪਿੱਛੇ, ਸਰਕਾਰ ਕਦੋਂ ਤੱਕ ਇਹਦੇ ਤੇ ਕੋਈ ਗੱਲ ਕਰੂਗੀ, ਜਾਂ ਸਰਕਾਰ ਇਸੇ ਤਰ੍ਹਾਂ ਮੀਟਿੰਗਾਂ ਕਰਕੇ ਲਟਕਾਊਗੀ, ਫਰਸਟ੍ਰੇਟ ਕਰੂਗੀ ਕਿਸਾਨ ਜਥੇਬੰਦੀਆਂ ਨੂੰ। ਹਾਲਾਂਕਿ ਜਿਹੜੇ ਇਹ ਲੋਕ ਬੈਠੇ ਹੈ ਇਹ ਉਸੇ ਸਿਧਾਂਤ ਦੇ ਵਾਰਿਸ ਨੇ। ਘੜੀਐ ਸ਼ਬਦ ਸੁਰਤ ਮਨ ਬੁੱਧ, ਇਹ ਘੜਦੇ ਰਹਿਣਗੇ ਆਪਦੇ ਸ਼ਬਦ, ਆਪਣੀ ਸੁਰਤ, ਆਪਣਾ ਮਨ, ਆਪਣੀ ਬੁੱਧੀ। ਇਸੇ ਤਰ੍ਹਾਂ ਇੱਥੇ ਬੈਠੇ ਉਹ ਸਰਕਾਰ ਨੇ ਫੈਸਲਾ ਕਰਨਾ ਹੈ, ਕਦੋਂ ਉਹਨੇ ਨਿਰਣਾ ਕਰਨਾ ਹੈ ਇਸ ਚੀਜ਼ ਦਾ, ਉਸੇ ਦਿਨ ਫਿਰ 2 ਮਿੰਟ ਦੇ ਅੰਦਰ ਇਹ ਅੰਦੋਲਨ ਵੀ ਖਤਮ ਹੋ ਜਾਊਗਾ। ਨਹੀਂ ਇਹ ਇਸੇ ਤਰ੍ਹਾਂ ਚੱਲਦਾ ਰਹੂਗਾ।
ਕੈਮਰਾਮੈਨ ਸੂਰਜ ਰਾਜਪੂਤ ਦੇ ਨਾਲ ਗੁਰਪ੍ਰੀਤ ਸਿੰਘ, ਜਗਬਾਣੀ, ਦਿੱਲੀ।